ਅੱਛਾ ਭਾਈ ਜਾਨ, ਤੁਸੀਂ ਸਾੜੂ ਦਾ ਇਲਾਜ ਸਾਨੂੰ ਦੱਸਿਆ। ਸਾੜੂ ਦੇ ਵਿੱਚ ਨਾੜ ਵੀ ਆਈ ਜਾਂਦੀ ਹੈ ਔਰ ਸਾਰੀ ਵਜੂਹਾਂ ਜਿਹੜੀ ਉਹ ਸਾੜੂ ਹੀ ਬਣਦੀ ਹੈ, ਜਾਂ ਉਹਦੇ ਅੱਗੇ ਮੀਟ ਕੀ ਆਈ ਹੈ ਜਾਂ ਉਹ ਬੰਦ ਹੋਈ ਹੈ। ਕੁਝ ਲੋਕ ਕਹਿੰਦੇ ਨੇ ਕਿ ਦੇਸੀ ਇਲਾਜ ਅਸੀਂ ਕਰਨੇ ਆ ਉਹਦੇ ਨਾਲ ਫਰਕ ਤੇ ਪਾਈ ਜਾਂਦਾ ਹੈ, ਲੇਕਿਨ ਉਹ ਦੁੱਧ ਨਹੀਂ ਉਸ ਥਣ ਦਾ ਪੂਰਾ ਹੁੰਦਾ। ਕੀ ਕਰੀਏ? ਭਾਣ ਉਹ ਤੁਹਾਨੂੰ ਮੱਖਣ ਲੈਣਾ ਪਏਗਾ। ਠੀਕ, ਪਾਈਆ ਮੱਖਣ ਹੋਵੇ। ਠੀਕ ਹੈ। ਪਾਈਆ ਹੀ ਥੋਮ ਦੀਆਂ ਤੁਰੀਆਂ ਹੋਣ। ਠੀਕ ਹੈ। ਉਹਨਾਂ ਨੂੰ ਕੁੱਟ ਕੇ ਮੱਖਣ ਦੇ ਵਿੱਚ ਰਲਾ ਕੇ ਉਹ ਮੱਝ ਨੂੰ ਦਿੱਤਾ ਜਾਏ। ਇਨਸ਼ਾਅੱਲਾ ਮੱਝ ਥਣ ਦਾ ਦੁੱਧ ਵੀ ਪੂਰਾ ਕਰ ਜੇਗੀ ਤੇ ਅੱਗੇ ਨਾਲ ਮਿਕਦਾਰ ਵੀ ਵਧਾ ਜੇਗੀ। ਇਹ ਕਦੋਂ ਦੇਣਾ ਹੈ? ਇਹ ਸ਼ਾਮ ਨੂੰ ਤੁਸੀਂ ਦੇ ਸਕਦੇ ਹੋ। ਅੱਲਾ 12 ਚੀਜ਼ਾਂ ਵਿੱਚ ਪਾਉਂਦੇ ਨੇ। ਕਿਹੜੀ ਕਿਹੜੀ? ਉਹ ਕਾਲਾ ਲੂਣ ਹੁੰਦਾ, ਤੁੰਮਾ ਹੁੰਦਾ, ਕਚੂਰ ਹੁੰਦਾ, ਲਾਚੀ ਹੁੰਦੀ, ਮੋਟੀ ਲਾਚੀ ਹੁੰਦੀ, ਛੋਟੀ ਲਾਚੀ ਹੁੰਦੀ ਹੈ। ਠੀਕ ਹੈ। ਇਸ ਤਰ੍ਹਾਂ ਸਫੈਦ ਲੂਣ, ਕਾਲਾ ਲੂਣ, ਇਹ 12 ਚੀਜ਼ਾਂ ਜਿਹੜੀਆਂ ਨੇ ਇਹ ਅਸੀਂ ਦੇਣੇ। ਨਾਲ ਤੇਲ ਦੇਈਦੀ ਇੱਕ ਨਾਲ ਕਾੜ ਕੇ ਮੱਝ ਨੂੰ, ਸ਼ਾਮ ਨੂੰ ਗੁੜ ਦੇ ਵਿੱਚ ਰਲਾ ਕੇ ਮਸਾਲਾ ਦੇ ਦਿੱਤਾ। ਸਹੀ ਹੈ। 3 ਤੋਂ 4 ਦਿਨ ਕਰੀਦਾ ਤੇ ਇਨਸ਼ਾਅੱਲਾ ਮੱਝ 1 ਕਿਲੋ ਤੋਂ 1.5 ਕਿਲੋ ਦਾ ਫਰਕ ਪਾ ਜਾਏਗੀ। ਭਾਣ ਮੱਝਾਂ ਨੂੰ 100 ਮਸਲੇ ਹੋ ਜਾਂਦੇ ਨੇ। ਠੀਕ ਹੈ। ਠੀਕ ਹੈ। ਜਾਨਵਰ ਦੀ ਜ਼ਿਆਦਾਤਰ ਪੂਛ ਕੱਟੀ ਜਾਂਦੀ ਹੈ। ਠੀਕ ਹੈ। ਜਾਨਵਰ ਦਾ ਸ਼ਿੰਗਾਰ ਹੁੰਦਾ ਹੈ। ਬਿਲਕੁਲ। ਅਗਰ ਉਹਦੀ ਪੂਛ ਕੱਟੀ ਗਈ ਹੈ, ਉਹਦੀ ਕੀੜੀ ਲੱਗ ਜਾਂਦੀ ਹੈ, ਜਾਂ ਕੀੜੀ ਦਾ ਇਲਾਜ ਇਹ ਸੈੱਲ ਲਵੋ, ਸੈੱਲ ਨਹੀਂ ਜਾਂ ਸੜੇ ਸੈੱਲ, ਜੀ ਜੀ, ਉਹਨਾਂ ਨੂੰ ਉਹਦੇ ਵਿੱਚ ਸਰੋਂ ਦਾ ਤੇਲ ਮਿਕਸ ਕਰੋ, ਉਹ ਉਸ ਜਗ੍ਹਾ ਤੇ ਲਾ ਉਹ ਜਿਹੜਾ ਕਾਲਾ ਪਾਊਡਰ ਹੁੰਦਾ ਸੈੱਲ 'ਚ, ਉਹ ਮਿਕਸ ਕਰਕੇ ਉੱਤੇ ਲਾ ਦਿਓ, ਕੀੜੀ ਨਾ ਤੁਹਾਡੀ ਰਵੇ। ਵਾਲੇਕੁਮ ਸਲਾਮ ਜੀ। ਭਾਈਜਾਨ ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਭਾਈ ਜੀ ਮੁਬਸ਼ਰ। ਮੁਬਸ਼ਰ ਸਾਹਿਬ, ਇਹ ਕਿਹੜਾ ਪਿੰਡ ਹੈ, ਕਿਹੜੀ ਜਗ੍ਹਾ ਹੈ? ਇਹ ਭਾਜੀ ਕੋਟ ਰਸੂਲਪੁਰੀਆਂ, ਜ਼ਿਲ੍ਹਾ ਗੁਜਰਾਂਵਾਲਾ, ਤਹਿਸੀਲ ਵਜ਼ੀਰਾਬਾਦ। ਠੀਕ ਹੋ ਗਿਆ। ਠੀਕ ਹੈ। ਵਰਪਾਲ ਚੱਠਾ ਸਾਡਾ ਮੇਨ ਜਿਹੜਾ ਤੁਹਾਨੂੰ ਲੱਗਦਾ ਉਹ ਪਿੰਡ ਹੈ। ਸਹੀ ਹੋ ਗਿਆ। ਅੱਛਾ ਭਾਈਜਾਨ, ਦੱਸਿਓ ਕਿ ਕਿੰਨੀ ਦੇਰ ਹੋ ਗਈ ਤੁਹਾਨੂੰ ਜਾਨਵਰਾਂ ਦਾ ਕੰਮ ਕਰਦੇ ਆ? ਇਹ ਭਾਜੀ 15 ਤੋਂ 20 ਸਾਲ ਹੋ ਗਏ ਸਾਨੂੰ ਰੱਖੇ ਆ। ਇਹਦਾ ਮਤਲਬ ਇਹ ਹੋਰ ਤੁਸੀਂ ਕੋਈ ਕੰਮ ਨਹੀਂ ਕੀਤਾ? ਨਹੀਂ, ਹੋਰ ਕੋਈ ਕੰਮ ਨਹੀਂ। ਕੀ ਗੱਲ ਹੈ, ਇਸ ਕੰਮ ਨੂੰ ਹੀ ਤੁਸੀਂ ਕਿਉਂ ਚੂਜ਼ ਕੀਤਾ? ਅੱਛਾ ਕੰਮ ਹੈ ਤੇ ਨੂਰ ਖੁਦਾ ਦਾ ਭਾਜੀ ਇਹਦੇ 'ਚ। ਸਹੀ ਹੈ। ਜ਼ਬਰਦਸਤ। ਅੱਛਾ ਇਹ ਦੱਸਿਓ ਕਿ ਤੁਹਾਡੇ ਕੋਲ ਇਸ ਟਾਈਮ ਕੁੱਲ ਮਿਲਾ ਕੇ ਛੋਟੇ ਵੱਡੇ ਜਾਂ ਸਾਰੇ ਕਿੰਨੇ ਜਾਨਵਰ ਨੇ? ਹੈਨ ਭਾਜੀ 25 ਤੋਂ 30। 25 ਤੋਂ 30 ਜਾਨਵਰ ਨੇ। ਸਹੀ ਹੋ ਗਿਆ। 25 ਤੋਂ 30 ਜਾਨਵਰਾਂ 'ਚ ਤੁਹਾਡੀਆਂ ਲਹਿਰੀਆਂ ਮੱਝਾਂ ਕਿੰਨੀਆਂ ਨੇ ਜਿਹੜੀਆਂ ਦੁੱਧ ਦੇਣ ਵਾਲੀਆਂ ਨੇ, ਸੱਜਰੀਆਂ? ਭਾਜੀ ਉਹ 7 ਨੇ। 7 ਨੇ। ਹਾਂਜੀ। ਤੇ ਜਿਹੜੀਆਂ ਬਾਕੀ ਖੰਗੜੀਆਂ ਨੇ ਉਹ ਵੀ ਦੇ ਰਹੀਆਂ ਨੇ? ਹਾਂਜੀ, ਦਰਮਿਆਨਾ ਇੱਕ ਟਾਈਮ ਹੀ ਚੋ ਰਿਆ ਸੀ ਉਹਨਾਂ ਨੂੰ। ਸਹੀ ਹੋ ਗਿਆ। ਕੁੱਲ ਮਿਲਾ ਕੇ ਤੁਹਾਡਾ ਦੁੱਧ ਇਸ ਟਾਈਮ ਡੇਰੀ ਦਾ ਕਿੰਨਾ ਹੁੰਦਾ ਪਿਆ, ਸਵੇਰ ਸ਼ਾਮ ਦਾ, ਦੋਵਾਂ ਟਾਈਮਾਂ ਦਾ? 65 ਕਿਲੋ ਹੋ ਜਾਂਦਾ ਭਾਜੀ। ਠੀਕ ਹੋ ਗਿਆ। ਇੱਥੇ ਰੇਟ ਕੀ ਹੈ ਦੁੱਧ ਦਾ? 90 ਰੁਪਏ 90 ਰੁਪਏ ਦੋਧੀ ਦਾ ਜਾਂ ਘਰ ਦਾ? ਦੁੱਧੀ ਦਾ। ਤੇ ਅਗਰ ਘਰ ਵੇਚਿਆ ਜਾਏ ਤੇ? 100 ਰੁਪਏ। ਠੀਕ ਹੋ ਗਿਆ। ਤੁਹਾਡਾ ਕਿੰਨਾ ਡੇਲੀ ਦਾ ਤੁਹਾਡਾ ਜਿਹੜਾ ਵੇ ਉਹ ਇਨਕਮ ਹੋ ਜਾਂਦੀ ਹੈ ਇਸ ਦੁੱਧ ਤੋਂ? ਦੁੱਧ ਹੋ ਜਾਂਦੀ ਭਾਜੀ ਸਾਡੀ ਤਕਰੀਬਨ 5500 ਰੁਪਇਆ ਹੋ ਜਾਂਦਾ। ਠੀਕ ਹੋ ਗਿਆ। ਯਾਨੀ 5,500 ਤੁਹਾਡਾ ਮਿਲ 5,500 ਤੁਸੀਂ ਇਹਨਾਂ ਤੇ ਕਿੰਨਾ ਲਾਉਂਦੇ ਹੋ? ਅਸੀਂ ਤਕਰੀਬਨ ਇਹਨਾਂ ਨੂੰ 2500 ਰੁਪਇਆ ਦੇ ਦਿੰਦੇ ਹਾਂ। ਜ਼ਬਰਦਸਤ। ਯਾਨੀ ਤੁਹਾਨੂੰ ਅੱਧ ਤੋਂ ਜ਼ਿਆਦਾ ਬਚ ਜਾਂਦਾ ਹੈ। ਨਵੇਂ ਬੰਦੇ ਨੂੰ ਕੀ ਮਸ਼ਵਰਾ ਦਵੋਗੇ ਕਿ ਇਹ ਕੰਮ ਕਿਹੋ ਜਿਹਾ? ਅੱਜ ਮੁੱਕ ਦੀ ਗੱਲ ਮੁਕਾਣੀ ਹੈ। ਬੰਦੇ ਨੂੰ ਇਹ ਦੱਸਾਂਗੇ ਕਿ ਕੰਮ ਬੜਾ ਅੱਛਾ ਹੈ ਜੀ, ਜੇ ਇਮਾਨਦਾਰੀ ਨਾਲ ਕੀਤਾ ਜਾਏ। ਜ਼ਬਰਦਸਤ। ਕੀ ਬਾਤ ਹੈ। ਇਮਾਨਦਾਰੀ ਨਾਲ ਕਰੋ ਤੇ ਇਨਸ਼ਾਅੱਲਾ ਰੱਬ ਰੰਗ ਲਾਂਦਾ ਜੇ, ਤੇ ਬੜਾ ਅੱਛਾ ਕੰਮ ਹੈ। ਦੂਸਰੇ ਨੰਬਰ ਤੇ ਕਹਿ ਕੇ ਤੇ ਛੁੱਟੀ ਕੋਈ ਨਹੀਂ, ਛੁੱਟੀ ਨਹੀਂ ਤੁਸੀਂ ਕਰ ਸਕਦੇ। ਸਹੀ ਹੈ। ਹਾਂ, ਇਹਨਾਂ ਨੂੰ ਅੱਛੇ ਤਰੀਕੇ ਨਾਲ ਦੇਖਭਾਲ ਕਰੋ ਤੇ ਮੌਲਾ ਰਿਜ਼ਕ ਦਿੰਦਾ ਜੇ। ਅਗਰ ਛੁੱਟੀ ਕੋਈ ਨਹੀਂ ਤੇ ਫਿਰ ਇਹਦਾ ਮਤਲਬ ਹੈ ਕਿ ਫਿਰ ਇਨਕਮ ਦੀ ਵੀ ਛੁੱਟੀ ਕੋਈ ਨਹੀਂ? ਹਾਂਜੀ, ਇਨਕਮ ਮਤਲਬ ਕੋਈ ਪੈਸੇ ਤੇ ਫਿਰ ਰੋਜ਼ ਆ ਰਹੇ ਨੇ ਤੁਹਾਡੇ ਕੋਲ। ਤੇ ਇਹ ਕਰੋਨਾ ਵਾਇਰਸ ਜਿਹੜਾ ਆ ਗਿਆ ਹੈ, ਲਾਕਡਾਊਨ, ਇਹਦੇ ਵਿੱਚ ਡਿਮਾਂਡ ਘਟੀ ਹੈ ਜਾਂ ਵਧੀ ਹੈ? ਨਹੀਂ, ਸਾਡੀ ਦੁੱਧ ਦੀ ਤੇ ਵਧੀ ਹੈ। ਜ਼ਬਰਦਸਤ। ਯਾਨੀ ਇਹ ਉਹਨਾਂ ਕਾਰੋਬਾਰਾਂ ਚੋਂ ਆਉਂਦਾ ਜਿਹੜੇ ਕਰੋਨਾ ਵੀ ਆਈਏ, ਭਾਵੇਂ ਈਦ ਆਈਏ, ਜੋ ਮਰਜ਼ੀ ਆਈਏ, ਬੰਦ ਨਹੀਂ ਹੁੰਦੇ। ਬੰਦ ਨਹੀਂ ਹੁੰਦੇ ਆ। ਜ਼ਬਰਦਸਤ। ਸਹੀ ਹੋ ਗਿਆ ਭਾਜੀ, ਬੜਾ ਅੱਛਾ ਕਾਰੋਬਾਰ ਹੈ ਮਾਸ਼ਾਅੱਲਾ। ਹਰ ਰੋਜ਼ ਰਾਤ ਨੂੰ ਅੱਲਾਹ ਪਾਕ ਦੇ ਕੋਲ ਫਰਿਸ਼ਤਾ ਘੱਲਦਾ ਕਿ ਦੱਸ ਤੇਰੇ ਨਾਲ ਮਾਲਕ ਤੇਰਾ ਕੀ ਕਰਦਾ। ਜੇ ਉਹ ਅੱਛਾ ਬੰਦਾ ਹੋਵੇ ਤੇ ਅੱਛਾ ਉਹਨਾਂ ਨਾਲ ਸਲੂਕ ਕਰਦਾ ਤੇ ਉਹ ਵੀ ਉਹਦੇ ਵਾਸਤੇ ਦੁਆ ਕਰਦੇ ਨੇ ਕਿ ਉਹਨੂੰ ਨਾ ਕੁਝ ਹੋਵੇ, ਸਾਨੂੰ ਹੋਏ। ਕੀ ਬਾਤ। ਤੇ ਜੇ ਸਾਨੂੰ ਕੋਈ ਜ਼ੁਲਮ ਕਰ ਰਿਹਾ ਉਹਨਾਂ ਨਾਲ ਤੇ ਫਿਰ ਵੀ ਉਹਦੇ ਵਾਸਤੇ ਦੁਆ ਵੀ ਕਰਦੀਆਂ ਨੇ। ਤੇ ਲੇਕਿਨ ਇਹ ਬੜਾ ਅੱਛਾ ਕੰਮ। ਯਾਨੀ ਬੰਦੇ ਤੇ ਆਉਣ ਵਾਲੀਆਂ ਬਲਾਵਾਂ ਵਬਾਵਾਂ ਵੀ ਡੱਕ ਲੈਂਦੀਆਂ ਨੇ। ਕੀ ਬਾਤ ਹੈ, ਕੀ ਬਾਤ ਹੈ। ਤੁਸੀਂ ਗੱਲ ਲਫ਼ਜ਼ ਬੋਲੇ ਇਮਾਨਦਾਰੀ। ਇਮਾਨਦਾਰੀ ਤੋਂ ਕੀ ਮੁਰਾਦ ਲਈਏ? ਇਮਾਨਦਾਰੀ ਤੋਂ ਮੁਰਾਦ ਇਹ ਹੈ ਕਿ ਦੁੱਧ ਅੱਛਾ ਔਰ ਸਾਫ਼ ਪਾਕ ਦੇਣਾ ਚਾਹੀਦਾ, ਜਿਵੇਂ ਇਹ ਦਿੰਦੀਆਂ ਨੇ। ਠੀਕ ਹੈ। ਤੇ ਤੁਹਾਨੂੰ ਕਿਸੇ ਸ਼ਾਇਦ ਦੀ ਕਮੀ ਨਹੀਂ ਆਉਣ ਲੱਗੀ। ਸਹੀ। ਚਾਹੇ ਤੁਸੀਂ 1 ਕਿਲੋ ਦੇ ਛੜੋ, ਦਿਓ ਖਾਲਸ। ਠੀਕ ਹੋ ਗਿਆ। ਜਿਹੜੇ ਲੋਕ ਆਂਦੇ ਨੇ ਕਿ ਅਸੀਂ ਡੇਅਰੀ ਫਾਰਮਿੰਗ ਕੀਤੀ, ਅਸੀਂ ਮੱਝਾਂ ਪਾਲੀਆਂ ਤੇ ਅਸੀਂ ਰੁੜ ਗਏ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹ ਭਾਜੀ ਨਵਾਬ ਬੰਦੇ ਹੁੰਦੇ ਨੇ, ਆਪ ਕੁਝ ਨਹੀਂ ਵੇਂਦੇ, ਬੰਦਿਆਂ ਨੂੰ ਆਂਦੇ ਨੇ। ਤੇ ਬੰਦੇ ਸਾਰੇ, ਇੱਕ ਬੰਦਾ ਜਿਹਨੇ ਪੈਸਾ ਇਨਵੈਸਟ ਕੀਤਾ ਹੁੰਦਾ ਨਾ, ਉਹ ਹੋਰ ਤਰੀਕੇ ਨਾਲ ਵੇਂਦਾ ਆਪਣੇ ਮਾਲ ਨੂੰ। ਜਿਹੜਾ ਮੈਂ ਮਜ਼ਦੂਰ ਹਾਂ ਜਾਂ ਉੱਤੇ ਨਾ ਰੱਖਿਆ, ਉਹ ਹੋਰ ਤਰੀਕੇ ਨਾਲ ਵੇਂਦਾ। ਉਹਨੇ ਸ਼ਾਮ ਕਰਨੀ ਹੁੰਦੀ, ਬਸ ਦਿਨ ਚੜ੍ਹ ਗਿਆ ਤੇ ਸ਼ਾਮ ਕਰਦੇ ਆ। ਜਿਹੜਾ ਮਾਲਕ ਹੈ ਨਾ, ਉਹਨੂੰ ਚਾਹੀਦਾ ਆਪਣੇ ਮਾਲ ਦੇ ਵਿੱਚ ਕਮੋ ਪੇਚ 3 ਦਫਾ ਜ਼ਰੂਰ ਆਉਣਾ। ਸਹੀ ਹੈ। ਠੀਕ। ਉਹ ਆਉਂਦੇ ਨਹੀਂ ਲੋਕੀ ਤੇ ਉਹ ਨਾ ਉਹਨਾਂ ਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਹੁੰਦਾ। ਤੁਹਾਡੀ ਭੱਠਿਆਂ ਵਾਲੀ ਜਗ੍ਹਾ ਆਪਣੀ ਹੈ ਜਾਂ ਫਿਰ ਠੇਕੇ ਵਗੈਰਾ ਤੇ? ਠੇਕੇ ਤੇ ਭਾਜੀ। ਅੱਛਾ, ਗੱਲ ਕਲੀਅਰ ਕਰਿਓ ਕਿ ਮੁੱਲ ਦੇ ਪੱਠੇ ਲਈਏ ਜਾਂ ਠੇਕੇ ਤੇ ਜ਼ਮੀਨ ਲਈਏ? ਪੱਠੇ ਮੁੱਲ ਦੇ ਲਈ ਲੈਣੇ ਚਾਹੀਦੇ ਨੇ, ਠੇਕੇ ਤੇ ਨਹੀਂ ਲੈਣੇ ਚਾਹੀਦੇ। ਠੇਕੇ ਦੇ ਵੇ ਕਿ ਤੁਸੀਂ ਫਸਲ ਜਿਹੜਾ ਨਾ ਇੱਕ ਵਾਰ ਨਹੀਂ ਹੁੰਦਾ ਤੁਹਾਡੇ ਕੋਲੋਂ, ਹਾਂ, ਤੁਹਾਨੂੰ ਵੀ ਨਸੀਬ ਦਾ ਬੀਜ ਉੱਗ ਗਿਆ, ਠੀਕ ਹੈ, ਨਹੀਂ ਉੱਗਿਆ ਤੇ ਤੁਸੀਂ ਦੁਬਾਰਾ ਉਹਨੂੰ ਕੱਢਣਾ ਤਾਂ ਤੁਹਾਡਾ ਬੜਾ ਟਾਈਮ ਜ਼ਾਇਆ ਹੋ ਜਾਂਦਾ। ਠੀਕ ਹੈ। ਮੁੱਲ ਲੈ ਲਓ ਤੁਸੀਂ, ਹੁਣ ਆਮ ਰੇਟ ਤੇ ਪੱਠੇ ਮਿਲ ਜਾਂਦੇ, ਕੋਈ ਏਡੇ ਮਹਿੰਗੇ ਨਹੀਂ ਆ। ਠੀਕ ਹੈ। ਤੇ ਸਾਡੇ ਕੋਲ ਸੈਲਜ ਵੀ ਚੱਲ ਗਏ, ਅੱਲਾ ਕੀਤਾ ਹੁਣ। ਸਹੀ ਹੈ। ਤੇ ਇਸ ਵਜ੍ਹਾ ਤੋਂ ਨਾ ਜਿਹੜਾ ਸੈਲਜ ਵਾਲਾ ਵੀ ਬੜਾ ਅੱਛਾ ਕੰਮ ਹੈ, ਅਗਰ ਉਹਦੇ ਨਾਲ ਮਸਾਲਾ ਦਿੱਤਾ ਜਾਏ ਤੇ। ਇਹ ਗੱਲ ਜ਼ਰਾ ਕਲੀਅਰ ਕਰਨੀ ਜੇ, ਵਾਜ਼ੇ ਕਰਨੀ ਜੇ। ਅਗਰ ਮੁੱਲ ਦੇ ਪੱਠੇ ਲਈਏ ਉਹ ਮਹਿੰਗੇ ਪੈਂਦੇ ਨੇ ਜਾਂ ਠੇਕੇ ਤੇ ਜ਼ਮੀਨ ਲਈਏ ਤੇ ਉਹ ਮਹਿੰਗੀ ਪੈਂਦੀ ਹੈ? ਭਾਜੀ ਮੁੱਲ ਦਾ ਇਹ ਹੁੰਦਾ ਨਾ, ਤੁਹਾਨੂੰ ਕਰਨਾ ਕੁਝ ਨਹੀਂ ਪੈਂਦਾ।
ਤੁਸੀਂ ਹੋਏ ਹਵਾਏ ਜਿਹੜੇ ਅੱਛੇ ਪੱਠੇ ਨਾ ਉਹਦੇ ਤੁਸੀਂ ਰੇਟ ਦੇ ਕੇ ਲੈ ਸਕਦੇ ਹੋ। ਲੇਕਿਨ ਇੱਕ ਬੰਦਾ ਇਹ ਵੀ ਕਹਿੰਦਾ ਹੈ ਕਿ ਅਗਰ ਅਸੀਂ ਠੇਕੇ ਤੇ ਜ਼ਮੀਨ ਲੈਂਦੇ ਆ ਠੇਕਾ ਦੇ ਦਿੰਦੇ ਆ 30000 ਹਾਂਜੀ ਉਹ ਸਾਲ ਵਿੱਚ ਅਸੀਂ ਉਹਦੇ 2 ਫਸਲਾਂ ਲਾਈਏ 3 ਲਈਏ ਉਹ ਵੀ ਫਾਇਦੇ ਵਿੱਚ ਜਾਂਦੀ ਹੈ ਗੱਲ, ਜਦਕਿ ਪੱਠੇ ਜਦੋਂ ਮੁੱਲ ਲਈਏ ਉਹਦਾ ਤੇ ਪੈਸੇ ਦੇਣੇ ਪੈਣੇ ਨੇ। ਸਾਡੇ ਇਲਾਕੇ ਦੇ ਵਿੱਚ ਨਾ ਠੇਕਾ ਬੜਾ ਅੱਛਾ 70 ਤੋਂ 80 ਹਜ਼ਾਰ ਰੁਪਏ ਠੇਕਾ ਇੱਥੇ। ਉਹਦੀ ਕੀ ਵਜ੍ਹਾ ਹੈ? ਉਹਦੀ ਵਜ੍ਹਾ ਵੇ ਇੱਥੇ ਸਾਰੇ ਲੋਕੀ ਨਾ ਖੁਸ਼ਹਾਲ ਨੇ। ਅੱਛਾ ਠੀਕ ਹੈ, ਆਪਣਾ ਮਾਸ਼ਾਅੱਲਾ ਹਰ ਬੰਦੇ ਨੇ ਸਾਡੇ ਪਿੰਡ ਇਹਨਾਂ ਡੇਅਰੀ ਬਣਾਈ ਹੈ। ਹਰ ਬੰਦੇ ਨੇ ਮਾੜੇ ਤੋਂ ਮਾੜੇ ਤੇ ਤਗੜੇ ਤੋਂ ਤਗੜੇ ਜ਼ਬਰਦਸਤ, ਉਹਨਾਂ ਦਾ ਦੁੱਧ ਦਾ ਕਾਰੋਬਾਰ ਹੈ। ਇਸ ਤੋਂ ਤੇ ਜ਼ਮੀਨ ਮਿਲਦੀ ਨੇ। ਠੀਕ ਹੋ ਗਿਆ। ਠੀਕ, ਅਸੀਂ ਪੱਠਿਆਂ ਵਾਸਤੇ ਨਾਲ ਦੇ ਜਿਹੜੇ ਪਿੰਡ ਨੇ ਉਹਨਾਂ ਵਾਸਤੇ ਉੱਥੋਂ ਵੀ ਜਾ ਕੇ ਪੱਠੇ ਲਈਦੇ ਨੇ ਤੇ ਲਿਆਦਾ ਮੈਂ ਤੇ ਮੇਰੀ ਅਸਾਂ ਜੋ ਵੇਖਿਆ ਨਾ ਉਹੀ ਇੱਕ ਮੁੱਲ ਦੇ ਪੱਠੇ ਜਿਹੜੇ ਨਾ ਉਹ ਤੁਹਾਨੂੰ ਬਿਹਤਰ ਰਹਿਣ। ਬੜੀ ਹੀ ਜ਼ਿੰਮੇਵਾਰੀ ਨਾਲ ਜਵਾਬ ਦੇਣਾ ਜੀ ਕਿ ਅਗਰ ਪੱਠੇ ਮੁੱਲ ਦੇ ਹੋਣ ਜਾਂ ਠੇਕੇ ਤੇ ਜ਼ਮੀਨ ਹੋਏ ਹਾਂਜੀ ਫੇਰ ਵੀ ਇਸ ਕਾਰੋਬਾਰ 'ਚ ਫਾਇਦਾ ਹੈ, ਫਾਇਦਾ ਹੈ। ਔਰ ਅਗਰ ਆਪਣੀ ਹੋਏ ਤੇ ਫਿਰ ਤੇ ਜ਼ਾਹਿਰ ਹੀ ਬੜਾ ਹੀ ਫਾਇਦਾ ਨਾ। ਫਿਰ ਤਾਂ ਬਹੁਤ ਜ਼ਿਆਦਾ ਫਾਇਦਾ ਹੈ। ਲੇਕਿਨ ਮੈਂ ਪਰਸੈਂਟੇਜ ਪੁੱਛਣਾ ਚਾਹ ਰਿਹਾ ਕਿ ਕਿੰਨੇ ਫੀਸਦ ਭਾਜੀ ਮੈਂ ਜ਼ਮੀਨ ਆਪਣੀ ਨਾ ਹੋਏ ਤਾਂ ਕਿ 2500 ਰੁਪਏ ਜਿਹੜਾ ਨਾ ਮੈਂ ਇਹਨਾਂ ਜਾਨਵਰਾਂ ਨੂੰ ਰੋਜ਼ ਦਾ ਖਵਾ ਰਿਹਾ। 1000 ਰੁਪਏ ਦੇ ਪੱਠੇ ਖਵਾ ਰਿਹਾ, ਠੀਕ ਹੈ 1500 ਦੇ ਸਹੀ ਹੈ। ਤਕਰੀਬਨ 6-700 ਦੀ ਤੂੜੀ ਖਵਾ ਰਿਹਾ ਇਹਨਾਂ ਨੂੰ ਤੇ ਜਿਹੜਾ ਉੱਤੇ ਬਣਾਓ ਮੈਂ ਵੰਡਾ ਖਵਾ ਰਿਹਾ ਇਹਨਾਂ ਨੂੰ। ਅੱਛਾ ਵੀਰ ਜੀ ਇਹ ਦੱਸੋ ਕਿ ਗ੍ਰੀਨ ਫੂਡਰ ਦੇ ਇਲਾਵਾ ਇਹਨਾਂ ਨੂੰ ਖਲ ਵੰਡੀ ਵਿੱਚ ਕੀ ਪਾਉਂਦੇ ਹੋ ਤੇ ਕਿਸ ਤਰ੍ਹਾਂ ਪਾਉਂਦੇ ਹੋ? ਅਸੀਂ ਭਾਜੀ ਮੈਕਸਿਮਮ ਵਾਲੇ ਦਾ ਵੰਡਾ ਵੀ ਪਾਈਦਾ ਇੱਕ ਟਾਈਮ ਕੌੜੀ ਖਲ ਪਾਈ ਦੀ ਹੈ ਤੇ ਗਲੀਆ ਕਣਕ ਦਾ ਪਾਈਦਾ ਤੇ ਦੂਸਰੇ ਨੰਬਰ ਤੇ ਵਿੱਚ ਨਾ ਟੁਕਰ ਸ਼ੁਕਰ ਵਗੈਰਾ ਵੀ ਪਾ ਲਈਦੇ। ਤੇ ਗਰਮੀਆਂ ਨੇ ਬੜੀਆਂ ਗਰਮੀਆਂ ਵਿੱਚ ਇੱਕ ਖੁਰਾਕ ਪਾ ਰਹੇ ਹੋ, ਸਰਦੀਆਂ ਵਿੱਚ ਕੀ ਕੁਝ ਇਹਦੇ ਵਿੱਚ ਤਬਦੀਲੀ ਕਰਦੇ ਹੋ? ਸਰਦੀਆਂ 'ਚ ਭਾਜੀ ਅਸੀਂ ਤੇਲ ਦੇਣਾ ਇਹਨਾਂ ਮੱਝਾਂ ਨੂੰ ਮਿੱਠਾ। ਠੀਕ ਹੈ ਸਰੋਂ ਦਾ ਤੇਲ ਦੇਈਦਾ ਉਹ ਵੀ ਕਾੜ ਕੇ। ਠੀਕ ਉਹ ਵੀ ਬੜੀ ਅੱਛੀ ਚੀਜ਼ ਹੈ। ਸਰੋਂ ਦਾ ਤੇਲ 12 ਮਹੀਨੇ ਲਿਆਰੀ ਨੂੰ ਦੇਣਾ ਚਾਹੀਦਾ ਕਾੜ ਕੇ। ਅੱਛਾ ਮੱਝਾਂ ਮਾਸ਼ਾਅੱਲਾ ਤੁਹਾਡੀਆਂ ਸੋਹਣੀਆਂ ਸੌਖੀਆਂ ਚਨਖੀਆਂ ਨੇ। ਇਹ ਦੱਸੋ ਕਿ ਤੁਹਾਡੇ ਡੇਰੇ ਤੇ ਮੱਝਾਂ ਕਿੰਨਾ ਦੁੱਧ ਦੇ ਰਹੀਆਂ ਨੇ? ਮੱਝਾਂ ਭਾਜੀ ਅੱਛੀਆਂ ਨੇ ਮਾਸ਼ਾਅੱਲਾ, ਦੁੱਧ 18 ਵਾਲੀ ਵੀ 20 ਵਾਲੀ ਵੀ ਲੈਵਲ ਦੇ ਨੇ ਆਪਣਾ ਜਿਵੇਂ ਨਾ ਸਮਝ ਲਓ। ਤੁਹਾਡੇ ਡੇਰੇ ਦੀ ਹਸੀਨ ਮੱਝ ਜਿਹੜੀ ਤੁਸੀਂ ਕਹਿੰਦੇ ਹੋ ਕਿ ਸਭ ਤੋਂ ਜ਼ਿਆਦਾ ਦੁੱਧ ਦੇ ਰਹੀ ਹੈ ਉਹ ਕਿਹੜੀ ਜੀ ਇੱਥੇ ਭਲਾ? ਉਹ ਬੂਰੀ ਮੱਝ ਹੈ ਭਾਜੀ। ਆਹ ਜ਼ਰਾ ਸਾਨੂੰ ਕੋਲ ਲੈ ਜਾਓ। ਇਹ ਬੂਰੀ ਹੈ ਤੇ ਨਾਲ ਉਹਦੇ ਉਹ ਦੋਵੇਂ ਆਪਸ ਵਿੱਚ ਨਾ ਇੱਕ ਦੂਜੇ ਨੂੰ ਆਦੀਆਂ ਨੇ ਕਿ ਤੂੰ ਵਾਦੇ ਕਿ ਤੂੰ ਵਾਦੇ। ਕੀ ਬਾਤ ਹੈ। ਇਹਨਾਂ ਦੋਵਾਂ ਦੀ ਚੋਟ ਹੁੰਦੀ ਹੈ। ਹਾਂਜੀ ਇਹ ਹੁਣ ਦੋਵੇਂ ਸੂਣੇ ਵਾਲੀਆਂ ਨੇ। ਵੈਰੀ ਗੁੱਡ। ਤੇ ਇਹਨਾਂ ਦੀ ਕੋਈ ਨਸਲ ਜ਼ਾਤ ਦੀ ਪਹਿਚਾਣ ਰੱਖਦੇ ਹੋ? ਨਹੀਂ ਨਸਲ ਘਰ ਦੀਆਂ ਹੀ ਮੱਝਾਂ ਜਿਹਦੇ ਇਹਨਾਂ ਦੇ ਘਰ ਦੀਆਂ ਤਿਆਰ ਕੀਤੀਆਂ ਨੇ? ਘਰ ਦੀਆਂ। ਠੀਕ। ਅੱਛਾ ਗਰਮੀਆਂ ਦਾ ਮੌਸਮ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦੀ ਕੇਅਰ ਹਿਫਾਜ਼ਤ ਕਿੰਜ ਕਰਦੇ ਹੋ? ਭਾਜੀ ਅਸੀਂ ਰੋਜ਼ ਦਾ ਇਹਨਾਂ ਨੂੰ 70 ਤੋਂ 80 ਲੀਟਰ ਮੈਂ ਸਿਰਫ ਪਾਣੀ ਪਿਆਣਾ ਇੱਕ ਭੈਂਸ ਨੂੰ। ਅੱਛਾ ਪਹਿਲੀ ਜਿਹੜੀ ਜ਼ਰੂਰੀ ਜਿਹੜੀ ਚੀਜ਼ ਇਹਨਾਂ ਨੂੰ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ। ਵੈਰੀ ਗੁੱਡ। ਦੂਸਰੇ ਨੰਬਰ ਤੇ ਇਹਨਾਂ ਨੂੰ ਤੁਸੀਂ ਜੇ ਹੋਰ ਖਵਾ ਸਕਦੇ ਹੋ ਤੇ ਕੌੜੀ ਖਾਲ ਤੇ ਜਿਹੜਾ ਇਹਨਾਂ ਦਲੀਆ ਉਹਦਾ ਪਾਣੀ ਰਲਾ ਕੇ ਉਹਨੂੰ ਭੇਵੋ, ਉਹਦਾ ਜਿਹੜਾ ਪਾਣੀ ਹੋਵੇਗਾ ਨਾ ਉਹ ਇਹਨਾਂ ਨੂੰ ਪਿਆਇਆ ਜਾਏ, ਇਹਨਾਂ ਵਾਸਤੇ ਬੜਾ ਮੁਫੀਦ ਹੋਵੇਗਾ। ਵੈਰੀ ਗੁੱਡ। ਠੀਕ, ਇਹਨਾਂ ਨੂੰ ਅੰਦਰੋਂ ਠੰਡਾ ਰੱਖੇਗਾ। ਠੀਕ। ਅੱਛਾ ਇਹ ਦੱਸੋ ਕਿ ਇਹਨਾਂ ਦਾ ਕੋਈ ਮਸਲਾ ਮਸਾਇਲ ਜਦੋਂ ਹੋ ਜਾਂਦਾ, ਕੋਈ ਬਿਮਾਰੀ ਲੱਗ ਜਾਂਦੀ ਹੈ, ਥਣ ਬੰਦ ਹੋ ਜਾਂਦੇ ਨੇ, ਪਿੱਛੇ ਦੇ ਬੇਸ਼ੁਮਾਰ ਮਸਾਇਲ ਨੇ, ਹੀਰ ਦੇ ਮਸਾਇਲ ਨੇ, ਇਹਨਾਂ ਦੇ ਹਵਾਲੇ ਨਾਲ ਕੋਈ ਖਾਨਦਾਨੀ ਨੁਸਖੇ ਹੈ ਨੇ ਤੁਹਾਡੇ ਕੋਲ ਤੇ ਸਾਡੇ ਨਾਲ ਸ਼ੇਅਰ ਕਰੋ। ਭਾਵੇਂ ਨਾ ਅਗਰ ਜੇ ਮੱਝ ਕੇ ਦਾ ਥਣ ਬੰਦ ਹੋ ਜਾਂਦਾ ਨਾ, ਉਹਨੂੰ ਨਿੰਬੂ ਲਵੋ, ਠੀਕਰੀ ਨਸਾਦਰ ਲਵੋ, ਕਲਮੀ ਸ਼ੋਰਾ ਲਵੋ, ਉਹਨੂੰ ਨਿੰਬੂਆਂ ਨੂੰ ਕੱਟ ਕੇ ਤੇ ਧਰ ਦਿਓ, ਉਹ ਤੇ ਧੂੜ ਕੇ ਸਵੇਰ ਉੱਠ ਕੇ ਉਹ ਦੇ ਦਿਓ ਨਿੰਬੂ। ਜੇ ਇਹ ਵੀ ਨਹੀਂ ਠੀਕ ਹੋਇਆ ਫਿਰ ਵੀ ਨਿੰਬੂ ਲਵੋ ਤੇ ਚੀਨੀ ਲਵੋ, ਉਹਨੂੰ ਪੀ ਲਵੋ। ਠੀਕ ਹੈ। ਪਹਿਲਾ ਨੁਸਖਾ ਨੰਬਰ 1 ਯੂਜ਼ ਕਰੋ, ਉਹਦਾ ਫਾਇਦਾ ਨਹੀਂ। ਨੁਸਖਾ ਨੰਬਰ 2 ਇਸਤੇਮਾਲ ਨਿੰਬੂ ਜ਼ਰੂਰ ਨੇ, ਲੈਮਨ ਜ਼ਰੂਰ। ਹਾਂਜੀ ਉਹਦੇ ਵਿੱਚ ਤੁਸੀਂ ਉੱਤੇ ਚੀਨੀ ਧੂੜੋ ਤੇ ਉਹ ਮੱਝ ਨੂੰ ਦੇ ਦਿਓ, ਮੱਝ ਦੀ ਗਿਲਟੀ ਵੀ ਟੁਰ ਜੇਦੀ, ਥਣ ਵੀ ਸਹੀ ਹੋ ਜਾਏਗਾ। ਵੈਰੀ ਗੁੱਡ। ਇਹਦੀ ਮਿਕਦਾਰ ਕੀ ਹੈ, ਮਤਲਬ ਕਿੰਨੇ ਨਿੰਬੂ ਲੈਣੇ ਨੇ, ਕਿੰਨੀ ਨਾਲ ਹਰ ਉਹ ਚੀਜ਼? ਤੋਰੇ ਮੱਝ ਦਾ ਹਿਸਾਬ ਹੈ, ਮੱਝ ਕਿਸ ਲੈਵਲ ਤੇ ਅਗਰ ਜੇ ਤਿਆਰ ਹੈ ਉਹਨੂੰ ਜ਼ਿਆਦਾ ਦੇ ਲਓ, ਯਾਨੀ ਕਿ ਤੁਸੀਂ ਅੱਧਾ ਕਿਲੋ ਨਿੰਬੂ ਦੇ ਸਕਦੇ ਹੋ ਰੋਜ਼ਾਨਾ ਦੇ। ਅੱਛਾ ਠੀਕ ਹੈ। ਜੇ ਮੱਝ ਸੂ ਪਈ ਹੈ ਉਹਨੂੰ ਪਾਈਆ ਤਾਂ ਤੁਸੀਂ ਦੇ ਸਕਦੇ ਹੋ। ਤੇ ਇਹ ਟੋਟਕਾ ਕਿੰਨੇ ਕੁ ਦਿਨ ਇਸਤੇਮਾਲ ਕਰਨਾ ਹੈ? ਇਹ ਭਾਜੀ ਜ਼ਿਆਦਾ ਤੁਸੀਂ 3 ਤੋਂ 4 ਦਿਨ ਕਰ ਸਕਦੇ ਹੋ। ਫਾਇਦਾ ਹੋ ਜਾਏਗਾ ਇਨਸ਼ਾਅੱਲਾ। ਇਨਸ਼ਾਅੱਲਾ ਫਾਇਦਾ ਹੋਏਗਾ। ਅੱਛਾ ਪਿੱਛਾ ਮਾਰਨ ਵਾਲੀ ਮੈਂ ਦਾ ਕੀ ਹੱਲ ਕਰਦੇ ਹੋ? ਪਿੱਛਾ ਮਾਰਨ ਵਾਲਾ ਦਾ ਮੈਂ ਦਾ ਭਾਜੀ ਹੱਲ ਹੈ ਵੇ ਗੁੜ ਲਵੋ ਜੀ। ਤਕਰੀਬਨ ਅੱਧਾ ਕਿਲੋ ਗੁੜ ਹੋਵੇ, ਉਹਦੇ 2 ਹਿੱਸੇ ਕਰ ਲਓ ਤੇ ਸਟਾਕੀ ਮਿੱਠਾ ਥੋੜਾ ਲੈ ਲਓ। ਵੈਰੀ ਗੁੱਡ। ਉਹ ਗੁੜ ਨੂੰ ਨਾ ਥਾਲੀ ਵਾਂਗਰ ਬਣਾ ਕੇ ਨਾ ਗੋਲ ਗਿੱਲਾ ਕਰਕੇ ਕੁੱਟ ਕੇ ਉਹਦੇ ਵਿੱਚ ਤੁਸੀਂ ਉਹ ਮਿੱਠਾ ਸੋਡਾ ਦੀ ਸਟਾਕੀ ਧਰ ਦੇਣਾ, ਉਹਦਾ ਲੱਡੂ ਬਣਾ ਕੇ ਉਹ ਮੱਝ ਨੂੰ ਇੱਕ ਟਾਈਮ ਦੇ ਦੇਣਾ ਸ਼ਾਮ ਨੂੰ। ਵੈਰੀ ਗੁੱਡ। ਠੀਕ, ਇੱਕ ਦਿਨ ਦਿੱਤਾ, 2 ਦਿਨ ਦਿੱਤਾ ਨਾ, ਤੀਸਰੇ ਦਿਨ ਦੇ ਕੇ ਤੁਸੀਂ ਉਹਨੂੰ ਮੱਝ ਨੂੰ ਛੱਡ ਦਿਓ, ਇਨਸ਼ਾਅੱਲਾ ਫਰਕ ਇਨਸ਼ਾਅੱਲਾ ਫਰਕ ਹੋਵੇਗਾ। ਵੈਰੀ ਗੁੱਡ। ਇਹ ਹਵਾ ਹੁੰਦੀ ਅੰਦਰ ਦੇ ਵਿੱਚ ਫਿਰ ਇੱਕ ਮਸਲਾ ਬਣਦਾ। ਅੱਛਾ ਗੁੜ ਗਰਮੀ ਵਿੱਚ ਦਿੱਤਾ ਜਾ ਸਕਦਾ ਮੱਝ ਨੂੰ? 12 ਮਹੀਨੇ ਗੁੜ ਦਿੱਤਾ ਜਾ ਸਕਦਾ। ਗੁੜ ਬੜੀ ਅੱਛੀ ਚੀਜ਼ ਹੈ। ਅੱਛਾ ਗਰਮੀ ਵਿੱਚ ਵੀ ਦਿੱਤਾ ਜਾ ਸਕਦਾ? ਅੱਛਾ ਭਾਈ ਜੀ ਤੁਸੀਂ ਸਾੜੂ ਦਾ ਇਲਾਜ ਸਾਨੂੰ ਦੱਸਿਆ, ਸਾੜੂ ਦੇ ਵਿੱਚ ਨਾੜ ਵੀ ਆਈ ਜਾਂਦੀ ਹੈ ਔਰ ਸਾਰੀ ਵਜੂਹਾਤ ਜਿਹੜੀ ਉਹ ਸਾੜੂ ਹੀ ਬਣਦੀ ਹੈ, ਜਾਂ ਉਹਦੇ ਅੱਗੇ ਮਿਟਕੀ ਆਈ ਹੈ ਜਾਂ ਉਹ ਬੰਦ ਹੋਈ ਹੈ। ਕੁਝ ਲੋਕ ਕਹਿੰਦੇ ਨੇ ਕਿ ਇਹ ਦੇਸੀ ਇਲਾਜ ਅਸੀਂ ਕਰਨੇ ਆ ਉਹਦੇ ਨਾਲ ਫਰਕ ਤੇ ਪੈ ਜਾਂਦਾ ਹੈ, ਲੇਕਿਨ ਉਹ ਦੁੱਧ ਨਹੀਂ ਉਸ ਥਣ ਦਾ ਪੂਰਾ ਹੁੰਦਾ, ਕੀ ਕਰੀਏ? ਭਾਵੇਂ ਉਹ ਤੁਹਾਨੂੰ ਮੱਖਣ ਲੈਣਾ ਪਏਗਾ। ਠੀਕ, ਪਾਈਆ ਮੱਖਣ ਹੋਵੇ। ਠੀਕ ਹੈ। ਪਾਈਆ ਹੀ ਥੋਮ ਦੀਆਂ ਤੁਰੀਆਂ ਹੋਣ। ਠੀਕ ਹੈ। ਉਹਨਾਂ ਨੂੰ ਕੁੱਟ ਕੇ ਮੱਖਣ ਦੇ ਵਿੱਚ ਰਲਾ ਕੇ ਉਹ ਮੱਝ ਨੂੰ ਦਿੱਤਾ ਜਾਏ, ਇਨਸ਼ਾਅੱਲਾ ਮੱਝ ਥਣ ਦਾ ਦੁੱਧ ਵੀ ਪੂਰਾ ਕਰ ਜੇਦੀ ਤੇ ਅੱਗੇ ਨਾਲ ਮਿਕਦਾਰ ਵੀ ਵਧਾ ਜੇਦੀ। ਇਹ ਕਦੋਂ ਦੇਣਾ? ਇਹ ਸ਼ਾਮ ਨੂੰ ਤੁਸੀਂ ਦੇ ਸਕਦੇ ਹੋ, ਚਾਹੇ ਸਵੇਰ ਪਿੱਛੇ ਬੰਨਣ ਲੱਗਾ, ਜੇ ਪਿੱਛਾ ਬੰਨਣਾ ਜਾਂ ਸਵੇਰ ਦਿਓ ਚਾਹੇ ਸ਼ਾਮੀ ਦਿਓ। ਠੀਕ ਹੋ ਗਿਆ। ਤੇ ਉਹ ਤੁਸੀਂ ਨਾ ਉਹਨੂੰ ਦੇ ਸਕਦੇ ਹੋ ਤੇ ਇਹਦੇ ਨਾਲ ਫਾਕਾ ਹੋ ਜਾਏਗਾ, ਇਨਸ਼ਾਅੱਲਾ ਠੀਕ ਹੋ ਜਾਏਗਾ, ਬਰਾਬਰ ਹੋ ਜਾਏਗਾ। ਸਹੀ ਹੋ ਗਿਆ। ਅੱਛਾ ਦੇਖੋ ਅਸੀਂ ਫਾਰ ਐਗਜ਼ਾਮਪਲ ਮੱਝਾਂ ਰੱਖੀਆਂ ਨੇ,
ਇੱਕ ਮੱਝ ਅਗਰ 8 ਕਿਲੋ 7 ਕਿਲੋ ਦੁੱਧ ਦਿੰਦੀ ਹੈ, ਬੇਸ਼ੱਕ ਸਾਡੇ ਕੋਲ ਕੋਈ ਐਸਾ ਫਾਰਮੂਲਾ ਹੈ ਕਿ ਅਸੀਂ ਉਹਨੂੰ 9 ਤੇ 10 ਤੇ ਲਾਈਏ? ਕਿਉਂਕਿ ਡੇਰੀ ਫਾਰਮ ਦਾ ਦਾਰੋਮਦਾਰ ਤੇ ਦੁੱਧ ਤੇ ਹੀ ਹੈ। ਭਾਵੇਂ ਸਾਨੂੰ ਦੁੱਧ ਵਧਾਉਣ ਦਾ ਕੋਈ ਨੁਸਖਾ ਦੱਸੋ। ਉਹਦੇ ਨਾਲ ਤੁਹਾਨੂੰ ਮਸਾਲੇ ਦੇਣੇ ਪੈਣ ਮੱਝਾਂ ਨੂੰ। ਕਿਹੜੇ ਕਿਹੜੇ ਮਸਾਲਾ ਜਿਹੜਾ ਨਾ ਉਹ ਬੜੀਆਂ ਕਿਸਮਾਂ ਦੇ ਹੁੰਦੇ ਨੇ। ਠੀਕ ਹੈ, ਮਸਾਲਾ ਜ਼ਰੂਰ ਦਿਓ ਭੈਂਸ ਨੂੰ, ਚਾਹੇ ਕੋਈ ਵੀ ਦੇ ਛੜੋ। ਪਿਆਜ਼ ਜਿਹੜਾ ਨਾ ਅਦਰਕ ਵਗੈਰਾ, ਕਾਲੀ ਹਰੀ ਮਿਰਚ, ਇਹ ਵੀ ਜ਼ਰੂਰ ਦੇਣੀ ਚਾਹੀਦੀ ਹੈ। ਮੱਝ ਦੇ ਅੰਦਰ ਬਾਦੀ ਨਹੀਂ ਰਹਿੰਦੀ ਜਾਨਵਰ ਦੇ। ਤੁਸੀਂ ਕਿਹਾ ਬੜੇ ਮਸਾਲੇ ਨੇ, ਜਰਾ ਸਾਨੂੰ ਇੱਕ ਅੱਛਾ ਜਿਹਾ ਮਸਾਲਾ, ਉਹਦੀ ਮਿਕਦਾਰ, ਉਹ ਵਕਤ ਜਿਵੇਂ ਕਦੋਂ ਦੇਣਾ ਹੈ, ਉਹ ਸਾਰੀ ਜਰਾ ਸਾਨੂੰ ਦੱਸ ਦਿਓ। ਅੱਜ ਤੁਹਾਡੀ ਨਜ਼ਰ ਸਭ ਤੋਂ ਬੈਸਟ ਹੈ। ਭਾਵੇਂ ਸਾਨੂੰ ਸਾਡੇ ਕੋਲ ਮਿਲਦਾ ਤੇ ਕਲਾਸਿਕਾਂ ਦਾ ਮਸਾਲਾ 12 ਚੀਜ਼ਾਂ ਵਿੱਚ ਪਾਉਂਦੇ ਨੇ। ਕਿਹੜੀ ਕਿਹੜੀ? ਉਹ ਕਾਲਾ ਲੂਣ ਹੁੰਦਾ, ਤੁੰਮਾ ਹੁੰਦਾ, ਕਚੂਰ ਹੁੰਦਾ, ਲਾਚੀ ਹੁੰਦੀ ਹੈ, ਮੋਟੀ ਲਾਚੀ ਹੁੰਦੀ, ਛੋਟੀ ਲਾਚੀ ਹੁੰਦੀ ਹੈ। ਠੀਕ ਹੈ, ਇਸ ਤਰ੍ਹਾਂ ਸਫੈਦ ਲੂਣ, ਕਾਲਾ ਲੂਣ, ਇਹ 12 ਚੀਜ਼ਾਂ ਜਿਹੜੀਆਂ ਨੇ ਇਹ ਅਸੀਂ ਦਿੰਦੇ ਹਾਂ। ਨਾਲ ਤੇਲ ਦੇਈਦੀ ਇੱਕ ਨਾਲ ਕਾੜ ਕੇ ਮੱਝ ਨੂੰ, ਸ਼ਾਮ ਨੂੰ ਗੁੜ ਦੇ ਵਿੱਚ ਰਲਾ ਕੇ ਮਸਾਲਾ ਦੇ ਦਿੱਤਾ। ਸਹੀ ਹੈ। 3 ਤੋਂ 4 ਦਿਨ ਕਰੀਦਾ ਤੇ ਇਨਸ਼ਾਅੱਲਾ ਮੱਝ 1 ਕਿਲੋ ਤੋਂ 1.5 ਕਿਲੋ ਦਾ ਫਰਕ ਪਾ ਜਾਏਗੀ। ਜ਼ਬਰਦਸਤ। ਯਾਨੀ ਉਹ ਮਸਾਲਾ ਜਿਹੜਾ ਮਸਾਲੇ ਦੇ ਨਾਲ ਅਗਰ ਕਿਸੇ ਬੰਦੇ ਨੇ ਕੋਈ ਪੂਰੇ ਪਾਕਿਸਤਾਨ ਚੋਂ ਜਾਂ ਪੰਜਾਬ ਚੋਂ ਕਿਤੋਂ ਵੀ ਸੁਣਦਾ ਪਿਆ, ਹਾਂਜੀ। ਅਗਰ ਉਹਨੇ ਇਹ ਮਸਾਲਾ ਲੈਣਾ ਹੈ ਤਾਂ ਕਿਸ ਤਰ੍ਹਾਂ ਲੇ? ਉਹ ਕਲਾਸ ਕੇ ਇੱਥੇ ਸਾਡੇ ਕੋਲ ਇਲਾਕਾ ਠੀਕ ਹੈ। ਕਲਾਸ ਕੇ ਚੱਠਾ, ਉੱਥੋਂ ਆ ਕੇ ਇੱਕ ਪੰਸਾਰੀ ਹੈ। ਨਾਂ ਦੱਸ ਦਿਓ। ਉਹ ਤੁਹਾਡੇ ਚੈਨਲ ਤੇ ਰਾਬਤਾ ਕਰ ਲਿਆ ਸੀ, ਉਹ ਨੰਬਰ ਤੁਹਾਨੂੰ ਦੇ ਦੇਣਾ ਉਸ ਬੰਦੇ ਦਾ। ਠੀਕ ਹੋ ਗਿਆ। ਉਹ ਮਸਾਲਾ ਅਗਰ ਦਈਏ ਤੇ 1.5 ਕਿਲੋ ਤੋਂ 2 ਕਿਲੋ ਤੱਕ ਦੁੱਧ ਮੱਝ ਵਧਾ ਸਕਦੀ ਹੈ। ਇੱਕ ਤਾਂ ਦੇਸੀ ਚੀਜ਼ਾਂ ਨੇ ਉਹ। ਅੱਛਾ। ਉਹਦਾ ਇਹਨੂੰ ਨਾ ਕੋਈ ਨੁਕਸਾਨ ਨਹੀਂ। ਇਹ ਖੁਸ਼ ਹੋਵੇ ਦੀ ਸਗੋਂ ਆਪਣੀ ਜਸਾਮਤ ਬਣਾਏ ਦੀ। ਠੀਕ ਹੈ। ਇਹਦੇ ਨਾਲ ਉਹਨੂੰ ਇਹਦੇ ਅੰਦਰ ਦੇ ਕੀੜੇ ਵੀ ਮਰ ਜਾਂਦੇ ਉਹਦੇ। ਠੀਕ, ਅੱਛੀ ਹੋ ਜਾਏਦੀ। ਸਹੀ ਹੋ ਗਿਆ। ਅੱਛਾ, ਜਿਹੜਾ ਤੁਸੀਂ ਦੱਸਿਆ ਕਿ ਦੁੱਧ ਦੇ ਬਾਰੇ 'ਚ ਮੈਂ ਜ਼ਰਾ ਕਲੀਅਰ ਕਰਾਂਗਾ ਕਿ ਮੱਝ ਜਿਹੜੀ ਹੈ ਦੁੱਧ ਘਟਾਣਾ ਕਿ ਕਦੋਂ ਸ਼ੁਰੂ ਕਰਦੀ ਹੈ? ਯਾਨੀ ਮੱਝ ਸਜਰੀ ਹੈ, ਸੂਈ ਹੈ, ਕਿੰਨੇ ਮਹੀਨੇ ਅਗਰ 10 ਦਿੰਦੀ ਹੈ ਤੇ ਕਿੰਨੇ ਮਹੀਨੇ 10 ਤੱਕ ਰਹੇਗੀ, ਫਿਰ ਘਟਾਏਗੀ ਕਦੋਂ? ਭਾਵੇਂ ਇਹ ਨਾ ਜਾਨਵਰ ਤੇ ਡਿਪੈਂਡ ਕਰਦਾ। ਦੂਸਰੇ ਨੰਬਰ ਤੇ ਅਗਰ ਜੇ ਜਾਨਵਰ ਘਟਾ, ਕਈ ਜਾਨਵਰ ਹੁੰਦੇ ਨੇ ਮਹੀਨੇ ਤੋਂ ਬਾਅਦ ਹੀ ਸੌਰ ਜਾਂਦੇ ਨੇ। ਠੀਕ ਹੈ। ਨਵਾਂ ਦੁੱਧ ਹੋ ਜਾਂਦੇ ਨੇ। ਠੀਕ ਹੋ ਗਿਆ। ਠੀਕ ਹੈ, ਉਹ ਦੁੱਧ ਘਟਾ ਜਾਂਦੇ ਨੇ। ਅਗਰ ਜੇ ਜਾਨਵਰ ਜਿਹੜਾ ਨਾ ਰੂਟੀਨ ਨਾਲ 5 ਤੋਂ 6 ਮਹੀਨੇ ਦੁੱਧ ਦਿੰਦਾ, ਰੂਟੀਨ ਨਾਲ। ਠੀਕ ਹੋ ਗਿਆ। ਤੇ ਅਗਰ ਨਹੀਂ ਕਰ ਰਹੀ ਤੇ ਉਹਨੂੰ ਤੁਸੀਂ ਚੀਨੀ ਲਵੋ, ਗਾਂ ਦਾ ਦੁੱਧ ਲਵੋ, ਜਾਂ ਸ਼ੱਕਰ ਲਵੋ ਤੇ ਗਾਂ ਦਾ ਦੁੱਧ ਲਵੋ, ਮਿਕਸ ਕਰਕੇ ਉਹ ਵੀ ਦਿਓ ਤੇ ਉਹ ਵੀ ਦੁੱਧ ਨਾ ਵਧਾਏਦਾ। ਜ਼ਬਰਦਸਤ। ਇਹ ਜਿਹੜੇ ਨੁਸਖੇ ਤੁਸੀਂ ਦੱਸੇ ਨੇ ਤੁਹਾਡੇ ਆਪਣੇ ਅਜ਼ਮੂਦਾ ਨੇ? ਆਤਮੋਦਾ। ਜ਼ਬਰਦਸਤ। ਅੱਛਾ, ਹੁਣ ਬਾਈ ਜਾਨ ਇਹ ਦੱਸਿਓ ਕਿ ਇਹ ਤੁਸੀਂ ਸ਼ੈਡ ਮਾਸ਼ਾਅੱਲਾ ਬਣਾਇਆ, ਨਵਾਂ ਹੀ ਬਣਿਆ ਲੱਗਦਾ ਪਿਆ। ਇੱਥੇ ਅਸੀਂ ਨਵੀਂ ਆ। ਠੀਕ ਹੈ। ਮਲਟਾ ਹੈ। ਕੀ ਸਕੀਮ ਤੁਸੀਂ ਲਗਾਈ ਇਹ ਸ਼ੈਡ ਬਣਾਉਣ ਲੱਗਿਆ? ਇਹਦੇ ਤੁਸੀਂ ਬਾਲੇ ਪਾਏ ਨੇ ਜਾਂ ਤੁਸੀਂ ਇਹਦਾ ਸੀਮੈਂਟਡ ਛੱਤ ਬਣਾਇਆ? ਔਰ ਇਹਦੀ ਲੰਬਾਈ, ਚੌੜਾਈ, ਉਚਾਈ ਕਿੰਨੀ ਹੈ? ਭਾਵੇਂ 120 ਫੁੱਟ ਲੰਮਾ ਬਰਾਂਡਾ। ਠੀਕ ਹੈ। ਠੀਕ ਹੈ। ਇਹ ਤੇ ਇਹਦੇ ਸੀਮੈਂਟ ਦਾ ਛੱਤ ਇਹਦੇ ਤੇ। ਇਹਦਾ ਇਹ ਵੇ ਕਿ ਅਸਾਂ ਥੋੜੀ ਜਿਹੀ ਉਚਾਈ ਨਾਲ ਘੱਟ ਰੱਖੀ, ਇਹਦੇ ਤੇ ਸੇਕ ਨਹੀਂ ਪੈਂਦਾ। ਸਹੀ ਹੈ। ਜ਼ਿਆਦਾ ਉਚਾਈ ਰੱਖਦੇ ਸੇਕ ਜ਼ਿਆਦਾ ਪੈਣਾ। ਲੋਕ ਕਹਿੰਦੇ ਨੇ ਜ਼ਿਆਦਾ ਉਚਾਈ ਅਗਰ ਹੋਏਗੀ ਸੇਕ ਜ਼ਿਆਦਾ ਘੱਟ ਪੈਂਦਾ ਹੈ। ਨਹੀਂ, ਉਹਦਾ ਇਹ ਮਸਲਾ ਨਾ ਅਸਾਂ ਹਵਾ ਵਾਸਤੇ ਜਗ੍ਹਾ। ਅੱਛਾ, ਤੁਸੀਂ ਇਹ ਵਿੱਚ ਦਰੇ ਵੀ ਨਜ਼ਰ ਆ ਰਹੇ ਨੇ, ਕ੍ਰਾਸਿੰਗ ਰੱਖੀ ਹੈ। ਖੁਰਲੀ ਵੀ ਤੁਸੀਂ ਡਬਲ ਬਣਾਈ ਹੈ, ਪਰਲੀ ਸਾਈਡ ਤੇ ਵੀ ਉਰਲੀ ਸਾਈਡ ਤੇ। ਬਾਰਿਸ਼ ਆ ਜਾਏ ਤੇ ਅਸੀਂ ਅੰਦਰ ਕਰ ਦਈਦੇ ਨੇ। ਠੀਕ ਹੋ ਗਿਆ। ਬਾਰਿਸ਼ ਨਹੀਂ ਤੇ ਅਸੀਂ ਬਾਹਰ ਇਹਨਾਂ ਨੂੰ ਪਾ ਰਹੇ ਹਾਂ। ਜ਼ਬਰਦਸਤ। ਅੱਛਾ, ਬੜੀਆਂ ਅਹਿਮ ਗੱਲਾਂ ਸੀ ਤੁਹਾਨੂੰ ਪੁੱਛੀਆਂ ਨੇ। ਕੋਈ ਐਸੀ ਗੱਲ ਗੌਰ ਦੇ ਤੌਰ ਤੇ ਸਦਕਾ ਜਾਰੀ ਆ ਜਿਹੜਾ ਕਿਸੇ ਐਸੇ ਭਰਾ ਦਾ ਫਾਇਦਾ ਹੋਈਏ, ਜਿਹੜਾ ਕੰਮ ਕਰਨਾ ਚਾਹੁੰਦਾ, ਉਹਦਾ ਨੁਕਸਾਨ ਨਾ ਹੋਏ? ਤੁਸੀਂ ਉਹਨੂੰ ਗੁਰ ਦੀ ਗੱਲ ਦੱਸੋਗੇ ਬਈ ਅਗਰ ਇਹ ਕੰਮ ਕਰਨਾ ਹੀ ਤੇ ਇਹ ਕਰ ਲਈ, ਤੇਰਾ ਨੁਕਸਾਨ ਨਹੀਂ ਹੋਏਦਾ? ਭਾਵੇਂ ਮੱਝਾਂ ਨੂੰ 100 ਮਸਲੇ ਹੋ ਜਾਂਦੇ ਨੇ। ਠੀਕ ਹੈ। ਠੀਕ ਹੈ। ਜਾਨਵਰ ਦੀ ਜ਼ਿਆਦਾਤਰ ਪੂਛ ਕੱਟੀ ਜਾਂਦੀ ਹੈ। ਠੀਕ ਹੈ। ਜਾਨਵਰ ਦਾ ਸ਼ਿੰਗਾਰ ਹੁੰਦਾ ਹੈ। ਬਿਲਕੁਲ। ਅਗਰ ਉਹਦੀ ਪੂਛ ਕੱਟੀ ਗਈ ਹੈ, ਉਹਦੀ ਕੀੜੀ ਲੱਗ ਜਾਂਦੀ ਹੈ, ਜਾਂ ਕੀੜੀ ਦਾ ਇਲਾਜ ਇਹ ਵੇ ਸੈੱਲ ਲਵੋ, ਸੈੱਲ ਨੇ ਜਾਂ ਸੜੇ ਸੈੱਲ, ਜੀ, ਉਹਨਾਂ ਨੂੰ ਉਹਦੇ ਵਿੱਚ ਸਰੋਂ ਦਾ ਤੇਲ ਮਿਕਸ ਕਰੋ, ਉਸ ਜਗ੍ਹਾ ਤੇ ਲਾ ਉਹ ਜਿਹੜਾ ਦਿਓ। ਕਾਲਾ ਪਾਊਡਰ ਹੁੰਦਾ ਸੈੱਲ 'ਚ, ਉਹ ਮਿਕਸ ਕਰਕੇ ਉੱਤੇ ਲਾ ਦਿਓ, ਕੀੜੀ ਨਾ ਤੁਹਾਡੀ ਰਵੇ। ਇੱਕ ਤੇ ਸੈੱਲ ਵਿੱਚ ਸਲਾਈ ਹੁੰਦੀ ਹੈ, ਨਹੀਂ, ਕਾਲਾ ਪਾਊਡਰ ਜਾਂ ਕਾਲਾ ਪਾਊਡਰ, ਉਹਦੇ ਵਿੱਚ ਕੀ ਕਰੀਏ? ਸਰੋਂ ਦਾ ਤੇਲ ਮਿਲਾਣਾ। ਕਿੰਨਾ ਕੁ? ਜਿੰਨਾ ਉਹ ਪਾਊਡਰ ਹੈ ਨਾ, ਉਹਨਾਂ ਹੀ ਤੁਸੀਂ ਤੇਲ ਮਿਲਾ ਦਿਓ। ਠੀਕ ਹੈ। ਔਰ ਲਾ ਕੇ ਤੇ ਉੱਤੇ 2-3 ਟਾਈਮ ਲਾ ਦਿਓ। ਸਹੀ ਹੈ। ਉਸ ਤੋਂ ਬਾਅਦ ਤੁਹਾਨੂੰ ਜ਼ਰੂਰਤ ਵੀ ਨਹੀਂ ਪਏਗੀ। ਬਹੁਤ ਸ਼ੁਕਰੀਆ ਸਰ, ਤੁਸੀਂ ਬੜੀ ਕੀਮਤੀ ਮਾਲੂਮਾਤ ਦਿੱਤੀ ਹੈ। ਆਪਣਾ ਨੰਬਰ ਸ਼ੇਅਰ ਕਰ ਦੋਗੇ ਤੁਹਾਡਾ ਤਾਂ ਕਿ ਲੋਕ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਮਸ਼ਵਰਾ ਲੈ ਸਕਣ? ਮੇਰਾ ਨੰਬਰ ਹੈ 0301 6499 419। ਠੀਕ ਹੈ। ਬਹੁਤ ਸ਼ੁਕਰੀਆ ਜੀ, ਜਜ਼ਾਕੱਲਾ। ਅਸਲਾਮ ਅਲੈਕੁਮ।